ਅਸੀਂ ਇਹ ਸੋਚ ਸਮਝ ਕੇ ਇਹ ਇੱਥੋਂ ਧਰਨੇ ਜਿਹੜੇ ਨਹੀਂ ਚੱਕੇ, ਕਿਉਂਕਿ ਇੱਥੋਂ ਦੀਆਂ ਕੰਪਨੀਆਂ ਨੇ ਟੋਲ ਪਲਾਜ਼ਿਆਂ ਦੇ ਰੇਟ ਨੇ ਜਿਹੜੇ ਦੁੱਗਣੇ ਕਰਤੇ। ਜਾਣੀ ਵੀ ਉਹ ਸਾਰੇ ਕਿਸਾਨਾਂ ਲੋਕਾਂ ਦੀਆਂ ਜੇਬਾਂ ਚੋਂ ਕਿਵੇਂ ਕੱਢ ਲਈਏ। ਜਥੇਬੰਦੀਆਂ ਕੋਈ ਸੋਚਣੀਆਂ ਚੋਣਾਂ ਲੜਨ ਬਾਰੇ, ਜਾਂ ਫਿਰ ਜਥੇਬੰਦੀਆਂ ਕਿਹੜੀ ਪਾਰਟੀ ਨੂੰ ਸਪੋਰਟ ਕਰਨਗੀਆਂ, ਇਸ ਬਾਰੇ ਕੋਈ ਵਿਚਾਰ ਹੋਵੇ? ਦੇਖੋ, ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ ਪਿੱਛੇ ਤੋਂ ਲੈ ਕੇ ਜਦੋਂ ਤੋਂ 2002 ਤੋਂ ਜਥੇਬੰਦੀ ਬਣੀ ਆ, ਬਕਾਇਦਾ ਐਲਾਨ ਵਿਧਾਨ ਦੇ ਵਿੱਚ ਦਰਜ ਆ ਕਿ ਅਸੀਂ ਕਿਸੇ ਵੀ ਵੋਟ ਪਾਉਣ ਦੀ ਸਪੋਰਟ ਨਹੀਂ ਕਰਦੇ ਹੈਗੇ। ਕਿਸੇ ਨੂੰ ਵੋਟ ਮਤਲਬ ਸਾਡਾ ਕੋਈ ਲੀਡਰ ਆ, ਅਸੀਂ ਕਿਸੇ ਨੂੰ ਕਹਿੰਦੇ ਫਲਾਣੇ ਨੂੰ ਪਾਉਣੀ ਆ, ਜੋ ਜਿੱਥੇ ਮਰਜ਼ੀ ਪਾ ਦੇਵੇ ਵੋਟਾਂ। ਜੇ ਵੋਟ ਪਾਰਟੀਆਂ ਨੂੰ ਇੱਕ ਪਾਸੇ ਰੱਖ ਕੇ ਲੋਕਾਂ ਨੇ ਘੋੜ ਜਿੱਤ ਲਿਆ, ਜੇ ਉਸੇ ਗੰਦ ਦੇ ਵਿੱਚ ਜਾ ਕੇ ਗਿਰਾਂਗੇ ਫਿਰ ਲੋਕਾਂ ਦਾ ਭਲਾ ਕਿਵੇਂ ਕਰ ਦਿਆਂਗੇ ਭਲਾ। ਸੰਯੁਕਤ ਮੋਰਚੇ ਤੋਂ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਜਿਹੜੀਆਂ ਬੱਜੀਆਂ ਨੇ ਵੀ ਚਾਨਣ ਦੀ ਸੈੱਟ ਸੰਯੁਕਤ ਮੋਰਚਾ ਲੈ ਕੇ ਆਊਗਾ, ਪਰ ਵੋਟਾਂ ਜਦੋਂ ਆ ਗਈਆਂ ਪੰਜਾਬ 'ਚ, ਇਹ ਵੋਟਾਂ ਸੰਯੁਕਤ ਮੋਰਚੇ ਦੇ ਵਿੱਚ ਚੀਰਾ ਦੇਣ ਜਾ ਰਹੀਆਂ ਨੇ। ਸਾਡੇ ਲੋਕਾਂ ਨੂੰ ਬਿਲਕੁਲ ਇਹ ਪਤਾ ਲੱਗ ਚੁੱਕਿਆ ਇਸ ਗੱਲ ਦਾ ਵੀ ਜਿਹੜੀ ਲੁੱਟ ਹੈ ਅਸੀਂ ਕਿਹੜੇ ਢੰਗ ਨਾਲ ਬੰਦ ਕਰਾ ਸਕਦੇ ਹਾਂ, ਸਰਕਾਰਾਂ ਨੂੰ ਕਿਹੜੀ ਗੱਲ ਨਾਲ ਮੋੜਾ ਦੇ ਸਕਦੇ ਹਾਂ, ਕਿਵੇਂ ਅਸੀਂ ਸਰਕਾਰਾਂ ਨੂੰ ਚੁੱਪ ਕਰਾ ਸਕਦੇ ਹਾਂ, ਕਿਵੇਂ ਕੰਪਨੀਆਂ ਨੂੰ ਪਿੱਛੇ ਧੱਕ ਸਕਦੇ ਹਾਂ। ਇਹ ਤਾਂ ਸਾਨੂੰ ਸਰੇਆਮ ਜਾਨੀ ਕਿ ਜਿਹੜੇ ਪਹਿਲਾਂ ਵਾਲੇ ਗੁੰਡੇ ਤੇ ਡਾਊਨ ਤੇ ਦੌਦ ਤੇ ਉਹ ਡਰਾ ਕੇ ਪੈਸੇ ਲੈਂਦੇ ਹੁੰਦੇ ਤੇ ਕਿਤੇ ਬਹਿ ਕੇ ਬੰਦੇ ਮਾਰ ਕੇ ਪੈਸੇ ਲੈਂਦੇ ਹੁੰਦੇ ਤੇ ਇਹਨਾਂ ਨੇ ਹੁਣ ਬੰਦੇ ਰੱਖੇ ਹੋਏ ਨੇ, ਇਹ ਕੁੱਟ ਕੇ ਪੈਸੇ ਲੈਂਦੇ ਨੇ। ਜੇ ਕੋਈ ਪਰਚੀ ਲੰਘਦੀ ਹੈ ਉਹਨੂੰ ਕੁੱਟਦੇ ਨੇ। ਜਿਹੜਾ ਕੈਪਟਨ ਝੂਠ ਬੋਲ ਕੇ ਗੁਰੂ ਗ੍ਰੰਥ ਸਾਹਿਬ ਦੇ ਗੁਟਕੇ ਦੀ ਸਹੁੰ ਖਾ ਗਿਆ, ਜੋ ਬੀਜੇਪੀ ਚਲਿਆ ਗਿਆ, ਹੁਣ ਉਹ ਕਹਿੰਦਾ ਬੀਜੇਪੀ 'ਚ ਆ ਕੇ ਸਮਾਰੂਗਾ, ਕਾਂਗਰਸ ਤਾਂ ਥੋੜਾ ਕੁਝ ਸਮਾਰ ਨਹੀਂ ਸਕੇ। ਤੇ ਹੁਣ ਕੇਜਰੀਵਾਲ ਕਹਿੰਦਾ ਮੈਂ 1000 ਰੁਪਇਆ ਪੰਜਾਬ ਕੇ ਔਰਤੋਂ ਕੋ ਦੇਊਂਗਾ। ਕੀ ਗੱਲ ਵੀ ਪੰਜਾਬ ਦੀਆਂ ਔਰਤਾਂ ਭਖਾਰਨਾਂ ਨੇ? ਇਹ ਤਾਂ ਮਹਾਰਾਣੀਆਂ ਰਹੀਆਂ ਨੇ, ਇਹਨਾਂ ਨੇ ਤਾਂ ਲੋਕਾਂ ਨੂੰ ਪਾਲਿਆ, ਲੋਕਾਂ ਨੂੰ ਨਾਜ ਦਿੱਤਾ, ਇਹ ਆਪਦਾ ਆਪ ਸਮਾਰਨਗੇ ਲੋਕ। ਕਿਉਂਕਿ ਚੰਨੀ ਕਦੇ ਕਿਸੇ ਦੀਆਂ ਮੱਝਾਂ ਥੱਲੇ ਜਾ ਕੇ ਕਹਿੰਦਾ ਮੈਂ ਧਾਰਾਂ ਚੋਣ ਜਾਂਦਾ, ਕਦੇ ਗੁੜ ਦੀ ਘਲਾੜ ਤੇ ਜਾ ਕੇ ਕਹਿੰਦਾ ਮੈਂ ਵੀ ਗੁੜ ਪਕਾਇਆ, ਕਦੇ ਬਿਜਲੀ ਵਾਲੇ ਖੰਭੇ ਤੇ ਚੜ ਜਾਂਦਾ। ਅਸੀਂ ਚਰਨਜੀਤ ਚੰਨੀ ਨੂੰ ਕਹਿਣਾ ਚਾਹੁੰਦੇ ਹਾਂ, ਤੈਨੂੰ ਖੰਭਿਆਂ ਤੇ ਚੜ੍ਹਨ ਦੀ ਲੋੜ ਨਹੀਂ ਹੈਗੀ। ਖੰਭਿਆਂ ਤੇ ਚੜ੍ਹਨ ਵਾਸਤੇ ਸਾਡੇ ਨੌਜਵਾਨਾਂ ਨੂੰ ਨੌਕਰੀ ਦਿਓ, ਉਹਦੀ ਲੋੜ ਹੈਗੀ ਸਾਨੂੰ। ਦਿੱਲੀ ਦੇ ਵਿੱਚ ਲੱਗਿਆ ਕਿਸਾਨੀ ਮੋਰਚਾ ਫਤਿਹ ਹੋ ਚੁੱਕਿਆ ਹੈ। ਉੱਥੇ ਐਸਕੇਐਮ ਦੇ ਵੱਲੋਂ ਐਲਾਨ ਹੋਇਆ ਸੀ ਜੋ ਪੰਜਾਬ ਦੇ ਵਿੱਚ 1 ਅਕਤੂਬਰ 2020 ਤੋਂ ਟੋਲ ਪਲਾਜ਼ਿਆਂ ਤੇ ਜਿਹੜੇ ਕਿਸਾਨੀ ਮੋਰਚੇ ਲੱਗੇ ਹੋਏ ਨੇ ਉਹਨਾਂ ਦੀ ਜਿਹੜੀ ਸਮਾਪਤੀ ਹੋਵੇਗੀ, ਉਹਨਾਂ ਨੂੰ ਫਤਿਹ ਕੀਤਾ ਜਾਵੇਗਾ। ਪਰ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਮਾਲਵੇ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਆ, ਉਹਦੇ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਟੋਲ ਪਲਾਜ਼ਿਆਂ ਦੇ ਜਿਹੜੇ ਰੇਟ ਨੇ ਘਟਾਏ ਨਹੀਂ ਜਾਂਦੇ, ਉਦੋਂ ਤੱਕ ਜਿਹੜੇ ਇਹ ਕਿਸਾਨੀ ਮੋਰਚੇ ਟੋਲ ਪਲਾਜ਼ਿਆਂ ਤੇ ਜਾਰੀ ਰਹਿਣਗੇ। ਨਾਲ ਦੀ ਨਾਲ ਇਸ ਐਲਾਨ ਤੋਂ ਬਾਅਦ ਜਿਹੜੇ ਬਾਕੀ ਟੋਲ ਪਲਾਜ਼ਿਆਂ ਤੇ ਮੋਰਚੇ ਲੱਗੇ ਹੋਏ ਨੇ ਉੱਥੇ ਵੀ ਜਿਹੜਾ ਸਸਪੈਂਸ ਬਣ ਗਿਆ, ਤੇ ਜਿਹੜੇ ਉਹ ਮੋਰਚੇ ਨੇ ਬਾਕੀ ਜਥੇਬੰਦੀਆਂ ਨੇ ਉਹ ਵੀ ਖਤਮ ਨਹੀਂ ਕੀਤੇ। ਇਸ ਨੂੰ ਦੇਖ ਕੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਸਕਦੀ ਆ ਕੱਲ੍ਹ ਨੂੰ। ਇਹਨਾਂ ਕਿਸਾਨੀ ਮੋਰਚਿਆਂ ਦੇ ਜਿਹੜੇ ਲੱਗੇ ਹੋਏ ਨੇ ਟੋਲ ਪਲਾਜ਼ਿਆਂ ਤੇ ਉਹਨਾਂ ਨੂੰ ਖਤਮ ਕਰਨ ਦਾ ਜਿਹੜਾ ਕੋਈ ਨਾ ਫੈਸਲਾ ਹੋ ਸਕਦਾ। ਸਾਡੇ ਨਾਲ ਅਗਰਾਹਾਂ ਜਥੇਬੰਦੀ ਦੇ ਆਗੂ ਨੇ, ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਨੇ। ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਜਥੇਬੰਦੀ ਨੇ ਫੈਸਲਾ ਲਿਆ ਕਿ ਜਦੋਂ ਤੱਕ ਪੁਰਾਣੇ ਰੇਟ ਨਹੀਂ ਹੁੰਦੇ ਟੋਲ ਪਲਾਜ਼ਿਆਂ ਉਦੋਂ ਤੱਕ ਮੋਰਚਾ ਜਾਰੀ ਰਹੇਗਾ? ਨਾਮ ਦੱਸ ਦਿਓ। ਨਾਮ? ਮੈਂ ਜਗਤਾਰ ਸਿੰਘ ਕਾਲਾ ਝਾੜ, ਸੂਬਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ। ਅੱਜ ਅਸੀਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਕਹਿ ਸਕਦੇ ਹਾਂ ਕਿ ਵੱਡੇ ਜੇਤੂ ਰੈਲੀਆਂ ਨੇ ਜਿਹੜੀਆਂ ਉਹ ਕੀਤੀਆਂ ਨੇ। ਮਤਲਬ ਜੇਤੂ ਰੈਲੀਆਂ ਕਰਕੇ ਜਿਹੜੇ ਪ੍ਰੋਗਰਾਮ ਪੰਜਾਬ ਦੇ ਵਿੱਚ ਟੋਲ ਪਲਾਜ਼ਿਆਂ ਤੇ, ਮੌਲਾਂ ਤੇ, ਰਿਲਾਇੰਸ ਪੰਪਾਂ ਤੇ, ਵੱਖ-ਵੱਖ ਥਾਵਾਂ ਤੇ ਲੱਗੇ ਮੋਰਚੇ ਨੇ ਜਿਹੜੇ, ਉਹਨਾਂ ਦੀ ਅੱਜ ਦੇ ਦਿਨ ਤੇ ਸਮਾਪਤੀ ਆ ਜਿਹੜੀ ਉਹ ਕਰਨੀ ਸੀ। ਅੱਜ ਕੁੱਲ ਮੋਰਚੇ ਜਿਹੜੇ ਅਸੀਂ ਸਮਾਪਤ ਕਰ ਦਿੱਤੇ ਗਏ ਨੇ। ਪਰ ਜਿਹੜੇ ਟੋਲ ਪਲਾਜ਼ਿਆਂ ਵਾਲੇ ਮੋਰਚੇ ਨੇ, ਅਸੀਂ ਇਹ ਸੋਚ ਸਮਝ ਕੇ ਇਹ ਇੱਥੋਂ ਧਰਨੇ ਜਿਹੜੇ ਨਹੀਂ ਚੱਕੇ, ਕਿਉਂਕਿ ਇੱਥੋਂ ਦੀਆਂ ਕੰਪਨੀਆਂ ਨੇ ਟੋਲ ਪਲਾਜ਼ਿਆਂ ਦੇ ਰੇਟ ਨੇ ਜਿਹੜੇ ਦੁੱਗਣੇ ਕਰਤੇ। ਜਾਣੀ ਵੀ ਉਹ ਸਾਰੇ ਕਿਸਾਨਾਂ ਲੋਕਾਂ ਦੀਆਂ ਜੇਬਾਂ ਚੋਂ ਕਿਵੇਂ ਕੱਢ ਲਈਏ। ਇਸ ਕਰਕੇ ਜਿੰਨੀ ਦੇਰ ਉਹ ਪੁਰਾਣੇ ਰੇਟਾਂ ਤੇ ਆ ਕੇ ਕੰਪਨੀ ਦੀ ਗੱਲ ਕਰਦੀ, ਜਾਂ ਜਿਹੜੇ ਉਹਨਾਂ ਦੇ ਟੋਲ ਪਲਾਜ਼ੇ ਤੇ ਮੁਲਾਜ਼ਮ ਪਹਿਲਾਂ ਕੰਮ ਕਰ ਰਹੇ ਨੇ, ਉਹ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਮਤਲਬ ਪੂਰੀ ਤਰ੍ਹਾਂ ਬਹਾਲ ਨਹੀਂ ਕਰਦੇ, ਉਹਨਾਂ ਦੀਆਂ ਤਨਖਾਹਾਂ ਨਹੀਂ ਦਿੰਦੇ। ਇਸ ਕਰਕੇ ਜਿੰਨੀ ਦੇਰ ਇਹ ਰੇਟ ਨੇ, ਇਹਦੇ ਤੇ ਕੰਪਨੀ ਇਹ ਨਹੀਂ ਕਹਿੰਦੀ ਵੀ ਅਸੀਂ ਪੁਰਾਣੇ ਰੇਟਾਂ ਦੇ ਉੱਤੇ ਕਰਾਂਗੇ, ਉਨੀ ਦੇਰ ਇਹ ਟੋਲ ਪਲਾਜ਼ੇ ਬੰਦ ਰਹਿਣਗੇ। ਜੋ ਸੈਂਟਰ ਦੀ ਸਰਕਾਰ ਨਾਲ ਫੈਸਲਾ ਸੀ ਉਹ ਮਤਲਬ ਅੱਜ ਉਹ ਸਾਰੇ ਧਰਨੇ ਉਹ ਸਮਾਪਤ ਕਰਨੇ ਤੇ ਉਹਦੇ ਧੜੀ ਦੇ ਤਹਿਤ ਸਮਾਪਤ ਕੀਤੇ ਨੇ ਵੱਡੀਆਂ ਰੈਲੀਆਂ ਕਰਕੇ। ਪਰ ਇਹ ਟੋਲ ਪਲਾਜ਼ਿਆਂ ਦੇ ਰੇਟਾਂ ਕਰਕੇ ਇਹ ਧਰਨੇ ਜਿਹੜੇ ਅਸੀਂ ਲਾਏ ਹੈਗੇ ਨੇ। ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਦੀ ਸਰਕਾਰ ਦੇ ਖਿਲਾਫ ਵੀ, ਕਿਉਂਕਿ ਕੱਲ੍ਹ ਨੂੰ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੀ ਮੀਟਿੰਗ ਆ ਜਿਹੜੀ 3 ਵਜੇ ਮੁੱਖ ਮੰਤਰੀ ਨਾਲ ਪੰਜਾਬ ਸਰਕਾਰ ਨਾਲ ਮੀਟਿੰਗ ਆ। ਕਿਹੜੇ ਮੁੱਦੇ ਤੇ ਹੋਣ ਜਾ ਰਹੀ? ਉਹ ਮੀਟਿੰਗ ਹੋਣ ਜਾ ਰਹੀ ਆ ਜੋ ਇਹਨਾਂ ਨੇ ਵੋਟਾਂ ਵੇਲੇ ਕਾਂਗਰਸ ਪਾਰਟੀ ਨੇ ਵਾਅਦੇ ਕੀਤੇ ਨੇ। ਕਰਜ਼ਾ ਮਾਫੀ ਦਾ ਤਾਂ ਮਤਲਬ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ, ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਵਾਂਗੇ, ਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ। ਜਾਣੀ ਬਹੁਤ ਮੁੱਦੇ ਨੇ ਉਹ, ਉਹਨਾਂ ਦੇ ਵੀ ਸਰਕਾਰ
ਜਿਹੜਾ ਕਰਜ਼ੇ ਵਾਲਾ ਮੁੱਦਾ ਉਹਨੂੰ ਫੌਰੀ ਤੌਰ ਤੇ ਮਤਲਬ ਉਹ ਕਰਜ਼ੇ ਖਤਮ ਕਰੇ, ਖੁਦਕੁਸ਼ੀ ਵਾਲਿਆਂ ਦੇ ਮੁਆਵਜ਼ਾ ਦੇਵੇ। ਕੱਲ ਨੂੰ ਮੀਟਿੰਗ 'ਚ ਜੇ ਕੁਝ ਨਹੀਂ ਨਿਕਲਦਾ ਫਿਰ ਅਸੀਂ ਅਗਲੇ ਦਿਨ ਹੀ ਬਕਾਇਦਾ ਵਿਚਾਰ ਕੇ ਇਹਦੇ ਤੇ ਸਖਤ ਪ੍ਰੋਗਰਾਮ ਆ ਜਿਹੜਾ ਕਰਾਂਗੇ। ਜਿਹੜਾ ਉੱਥੇ ਤਸੱਦਦ ਕੀਤਾ ਗਿਆ ਮਾਨਸਾ ਦੇ ਵਿੱਚ, ਇੱਕ ਡੀਐਸਪੀ ਦੇ ਵੱਲੋਂ ਮੁਲਾਜ਼ਮਾਂ ਤੇ ਅੰਨ੍ਹੇਵਾਹ ਲਾਠੀਚਾਰਜ ਜਿਹੜਾ ਕੀਤਾ ਗਿਆ ਹੈਗਾ, ਉਹਦੇ ਸੰਬੰਧ ਦੇ ਵਿੱਚ ਜੇ ਇੱਕ ਹਫ਼ਤੇ ਦੇ ਵਿੱਚ ਉਹਨੂੰ ਜੇਲ੍ਹ 'ਚ ਨਾ ਬੰਦ ਕੀਤਾ ਤਾਂ ਉਹਦੇ ਤੇ ਵੀ ਸਖਤ ਐਕਸ਼ਨ ਜਿਹੜਾ ਉਹ ਕਰਾਂਗੇ। ਦਿੱਲੀ ਕਿਸਾਨੀ ਮੋਰਚਾ ਤਾਂ ਤੁਸੀਂ ਫਤਿਹ ਕਰ ਲਿਆ, ਹੁਣ ਪੰਜਾਬ ਦੀ ਵਾਰੀ ਹੈ, ਕਿਉਂਕਿ ਮਾਲਵੇ ਦੀ ਜਥੇਬੰਦੀ ਆ ਗ੍ਰਾਂ ਸਭ ਤੋਂ ਵੱਡੀ ਜਥੇਬੰਦੀ ਆ। ਚੋਣਾਂ ਬਾਰੇ ਹੁਣ ਕੀ ਸਟੈਂਡ ਆ ਜਥੇਬੰਦੀਆਂ ਦੇ, ਕਿਉਂਕਿ ਪਿੰਡਾਂ ਦੇ ਵਿੱਚ ਸੱਥਾਂ ਚਰਚਾ ਇਹੀ ਆ ਕਿ ਮੋਰਚਾ ਫਤਿਹ ਕਰ ਲਿਆ, ਲੀਡਰਾਂ ਨੇ ਸਾਰ ਨਹੀਂ ਲਈ ਜਿੰਨਾ ਕਿਸਾਨੀ ਅੰਦੋਲਨ ਲੰਬਾ ਚੱਲਿਆ, ਹੀਟਰਾਂ 'ਚ ਬੈਠੇ ਰਹੇ ਨੇ, ਏਸੀਆਂ 'ਚ ਬੈਠੇ ਰਹੇ ਨੇ। ਕਿਉਂਕਿ ਜੇਕਰ ਕਹਿੰਦੇ ਵੀ ਉਹ ਜੇ ਰਾਜ ਉਹੀ ਹੱਥਾਂ 'ਚ ਰਿਹਾ ਫਿਰ ਕਿਸਾਨੀ ਦੀ ਜਿਹੜੀ ਹਾਲਤ ਆ ਉਹ ਕਿਵੇਂ ਸੁਧਰੇਗੀ? ਕਿ ਜਥੇਬੰਦੀਆਂ ਕੋਈ ਸੋਚਣਗੀਆਂ ਚੋਣਾਂ ਲੜਨ ਬਾਰੇ, ਜਾਂ ਫਿਰ ਜਥੇਬੰਦੀਆਂ ਕਿਹੜੀ ਪਾਰਟੀ ਨੂੰ ਸਪੋਰਟ ਕਰਨਗੀਆਂ, ਇਸ ਬਾਰੇ ਕੋਈ ਵਿਚਾਰ ਹੋਏਗਾ? ਦੇਖੋ, ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਪਿੱਛੇ ਤੋਂ ਲੈ ਕੇ ਜਦੋਂ 2002 ਤੋਂ ਜਥੇਬੰਦੀ ਬਣੀ ਆ, ਬਕਾਇਦਾ ਐਲਾਨ ਵਿਧਾਨ ਦੇ ਵਿੱਚ ਦਰਜ ਆ ਕਿ ਅਸੀਂ ਕਿਸੇ ਵੀ ਵੋਟ ਪਾਲੀ ਦੀ ਸਪੋਰਟ ਨਹੀਂ ਕਰਦੇ ਹੈਗੇ। ਕਿਸੇ ਨੂੰ ਵੋਟ ਮਤਲਬ ਸਾਡਾ ਕੋਈ ਲੀਡਰ ਆ, ਅਸੀਂ ਕਿਸੇ ਨੂੰ ਕਹਿੰਦੇ ਫਲਾਣੇ ਨੂੰ ਪਾਉਣੀ ਆ, ਜੋ ਜਿੱਥੇ ਮਰਜ਼ੀ ਪਾ ਦੇਵੇ ਵੋਟਾਂ। ਅਸੀਂ ਸਮਝਦੇ ਹਾਂ ਵੋਟਾਂ ਸਾਡੇ ਤੇ ਹਮਲਾ, ਵੋਟਾਂ ਸਾਡੇ ਤੇ ਲੋਕਾਂ ਤੇ ਹੱਲਾ, ਲੋਕਾਂ ਦਾ ਚੀਰ-ਫੜ ਕਰਦੀਆਂ ਨੇ ਵੋਟਾਂ। ਪਿੰਡ ਦੀ ਸਰਪੰਚੀ ਹੁੰਦੀ ਆ ਜਦੋਂ, ਉਦੋਂ ਪਿੰਡ ਦੇ ਵਿੱਚ ਭਾਈ ਨਾਲ ਭਾਈ ਪੜ ਜਾਂਦਾ, ਜਾਣੀ 10-10 ਧੜੇ ਬਣ ਜਾਂਦੇ ਨੇ। ਇਸ ਕਰਕੇ ਜੇ ਹੁਣ ਵੀ ਦੇਖਣਾ ਹੋਵੇ, ਇੱਕ ਲੋਕ ਉੱਠ ਕੇ ਇਹਨਾਂ ਪਾਰਟੀਆਂ ਤੋਂ ਉੱਥੇ ਉੱਠ ਕੇ, ਜਾਣੀ ਕੋਈ ਪਾਰਟੀ ਲਵੇ ਨਹੀਂ ਲੱਗਣ ਦਿੱਤੀ ਵੋਟ ਪਾਰਟੀ, ਇਹਦੇ ਕਰਕੇ ਘੋਲ ਜਿੱਤਿਆ ਗਿਆ। ਭਲਾ ਜੇ ਵੋਟ ਪਾਰਟੀਆਂ ਨੂੰ ਇੱਕ ਪਾਸੇ ਰੱਖ ਕੇ ਲੋਕਾਂ ਨੇ ਘੋਲ ਜਿੱਤ ਲਿਆ, ਜੇ ਉਸੇ ਗੰਦ ਦੇ ਵਿੱਚ ਜਾ ਕੇ ਗਿਰਾਂਗੇ ਫਿਰ ਲੋਕਾਂ ਦਾ ਭਲਾ ਕਿਵੇਂ ਕਰ ਦਿਆਂਗੇ ਭਲਾ? ਇਸ ਕਰਕੇ ਸੰਯੁਕਤ ਮੋਰਚੇ ਦੇ ਤੋਂ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਵੱਜੀਆਂ ਨੇ ਕਿ ਸੰਯੁਕਤ ਮੋਰਚਾ ਜਿਹਦੇ ਆਗੂ ਵਿਕੇ ਨਹੀਂ, ਝੁਕੇ ਨਹੀਂ। ਉਹ ਪੰਜਾਬ ਦੇ ਵਿੱਚ ਹਿੰਦੁਸਤਾਨ 'ਚ ਬਹੁਤ ਵੱਡੇ ਵੱਡੇ ਇਕੱਠ ਹੋਏ ਨੇ, ਲੋਕਾਂ ਨੇ ਵੇਚਤੇ, ਆਗੂਆਂ ਨੇ ਵੇਚਤੇ, ਪਰ ਇਹ ਆਗੂ ਕੇ ਘੋਲ ਕਿਉਂ ਨਹੀਂ ਜਿਹੜਾ ਖਰੀਦਿਆ ਗਿਆ, ਕਿਉਂ ਨਹੀਂ ਇਹਦੇ ਆਗੂ ਵਿਕੇ? ਇਹਦੇ ਪਿੱਛੇ ਗੱਲ ਇਹ ਆ ਵੀ ਇਹ ਘੋਲ ਆ ਜਿਹੜਾ ਧਰਮ ਨਿਰਪੱਖ ਰਿਹਾ। ਇਹ ਘੋਲ ਵੋਟ ਪਾਰਟੀਆਂ ਤੋਂ ਮਤਲਬ ਇਹ ਸਾਈਡ ਬਣਾ ਕੇ ਰੱਖੀ ਹੈ ਇਹਨਾਂ ਨੇ। ਇਸ ਕਰਕੇ ਭਾਈਚਾਰਕ ਸਾਂਝ ਇਹ 'ਚ ਵਧੀਆ। ਸੰਯੁਕਤ ਮੋਰਚੇ ਤੋਂ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਜਾਣੀ ਜਿਹੜੀਆਂ ਬੱਜੀਆਂ ਨੇ ਵੀ ਚਾਨਣ ਦੀ ਸੈੱਟ ਸੰਯੁਕਤ ਮੋਰਚਾ ਲੈ ਕੇ ਆਊਗਾ। ਪਰ ਵੋਟਾਂ ਜਦੋਂ ਆ ਗਈਆਂ ਪੰਜਾਬ 'ਚ, ਇਹ ਵੋਟਾਂ ਸੰਯੁਕਤ ਮੋਰਚੇ 'ਚ ਵੀ ਚੀਰਾ ਦੇਣ ਜਾ ਰਹੀਆਂ ਨੇ, ਕਿਉਂਕਿ ਕਿਸ ਆਗੂ ਨੂੰ ਆਇਆ ਵੀ ਫਲਾਣੇ ਆਗੂ ਵੋਟਾਂ 'ਚ ਜਾਣਗੇ, ਭਲਾ ਜੇ ਉਹ ਆਗੂ ਵੋਟਾਂ 'ਚ ਚਲੇ ਜਾਣਗੇ ਫਿਰ ਇਹਦਾ ਮਤਲਬ ਚੀਰਾ ਆਉਂਦਾ। ਜੇ ਇਹੀ ਮਤਲਬ ਪੂਰੇ ਦਾ ਪੂਰਾ ਬਣਿਆ ਹੈ ਮੋਰਚਾ ਜਿਹੜਾ ਐਮਐਸਪੀ ਦੀ ਮੰਗ ਖੜੀ ਹੈਗੀ ਆ, ਹਿੰਦੁਸਤਾਨ ਦੀ ਸਰਕਾਰ ਨਾਲ ਹੋਰ ਬਹੁਤ ਵੱਡੀਆਂ ਮੰਗਾਂ ਨੇ, ਜਿਹੜੇ ਬਾਗੜ ਵੇਲੇ ਐਡੇ ਐਡੇ ਮਹਿਲ ਸੱਤੀ ਬੈਠੇ ਨੇ, ਉਹ ਉਧਰ ਨੂੰ ਲੜਾਈ ਆ ਜਿਹੜੀ ਵੱਧ ਸਕਦੀ ਆ। ਇਸ ਕਰਕੇ ਜੋ ਆਗੂ ਜੇ ਕਿਸੇ ਨੂੰ ਐਂ ਲੱਗਦਾ ਵੀ ਚੋਣਾਂ 'ਚ ਜਾ ਕੇ ਅਸੀਂ ਕੋਈ ਭਲਾ ਕਰ ਦਿਆਂਗੇ, ਉਹਨਾਂ ਦੇ ਭੁਲੇਖੇ ਨਿਕਲ ਜਾਣਗੇ, ਉਹ ਆਉਣ ਵਾਲੇ ਦਿਨਾਂ 'ਚ ਆ ਜਾਣਗੇ। ਅਸੀਂ ਆਪਣੀ ਜਥੇਬੰਦੀ ਦੇ ਵੱਲੋਂ ਕਿਸੇ ਦੀ ਸਪੋਰਟ ਨਹੀਂ ਕਰਦੇ, ਕਿਸੇ ਨੂੰ ਵੋਟ ਨਹੀਂ ਪਾਉਂਦੇ। ਅਸੀਂ ਵੋਟ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਪਾ ਦੇਵੇ, ਪਰ ਇਹ ਆ ਵੀ ਅਸੀਂ ਕਹਿੰਦੇ ਆਪਦੀ ਡਾਂਗ ਤਕੜੀ ਕਰੋ, ਆਪਣਾ ਝੰਡਾ ਤਕੜਾ ਕਰੋ, ਆਪਦਾ ਏਕਾ ਤਕੜਾ ਕਰੋ। ਇਹਦੇ ਨਾਲ ਹੀ ਪਹਿਲਾਂ ਜਿੱਤਿਆ ਤੇ ਹੁਣ ਜਿੱਤਾਂਗੇ। ਲੋਕਾਂ ਨੂੰ ਵੀ ਡਰ ਸੀ ਕਿ ਟੋਲ ਪਲਾਜ਼ੇ ਖੁੱਲ੍ਹ ਜਾਣਗੇ, ਕਿ ਹੁਣ ਜਿਹੜੀਆਂ ਕੰਪਨੀਆਂ ਨੇ ਲੋਕਾਂ ਦੀ ਲੁੱਟ ਕਰਨੀ ਹੈ, ਕਿਉਂਕਿ ਟੋਲ ਪਲਾਜ਼ੇ ਬੰਦ ਰਹੇ, ਪਰਚੀ ਨਹੀਂ ਲੱਗੀ ਪਹਿਲਾਂ। ਹੁਣ ਲੋਕਾਂ ਦਾ ਡਰ ਖਤਮ ਹੋਊਗਾ, ਪਹਿਲਾਂ ਵਾਲੇ ਰੇਟ ਲੱਗਣਗੇ, ਜਾਂ ਫਿਰ ਕਿਸਾਨ ਜਥੇਬੰਦੀਆਂ ਉਹਨਾਂ ਦਾ ਵੀ ਅੰਦੋਲਨ ਲੜਨਗੀਆਂ ਜਿਸ ਤਰ੍ਹਾਂ ਬਾਕੀ ਵਰਗਾਂ ਨੇ ਤੁਹਾਡਾ ਅੰਦੋਲਨ ਲੜਿਆ ਕਿਸਾਨਾਂ ਦਾ? ਜਿਹੜਾ ਇਕੱਠਾ ਹੋ ਕੇ ਅਸੀਂ ਵੱਡੀ ਲੜਾਈ ਹੈ ਦਿੱਲੀ ਤੋਂ ਜਿੱਤੀ ਹੈ, 3 ਕਾਲੇ ਕਾਨੂੰਨਾਂ ਦੀ ਲੜਾਈ ਆਪਾਂ ਜਿੱਤ ਗਏ ਹਾਂ, ਪਰ ਲੜਾਈ ਸਾਡੀ ਸਰਕਾਰਾਂ ਨਾਲ, ਇਸ ਅਯੋਗ ਅਦਾਰਿਆਂ ਨਾਲ ਸ਼ੁਰੂ ਹੈ। ਸਾਡੇ ਲੋਕਾਂ ਨੂੰ ਬਿਲਕੁਲ ਇਹ ਪਤਾ ਲੱਗ ਚੁੱਕਿਆ ਇਸ ਗੱਲ ਦਾ ਵੀ ਜਿਹੜੀ ਲੁੱਟ ਹੈ ਅਸੀਂ ਕਿਹੜੇ ਢੰਗ ਨਾਲ ਬੰਦ ਕਰਾ ਸਕਦੇ ਹਾਂ, ਸਰਕਾਰਾਂ ਨੂੰ ਕਿਹੜੀ ਗੱਲ ਨਾਲ ਮੋੜਾ ਦੇ ਸਕਦੇ ਹਾਂ, ਕਿਵੇਂ ਅਸੀਂ ਸਰਕਾਰਾਂ ਨੂੰ ਚੁੱਪ ਕਰਾ ਸਕਦੇ ਹਾਂ, ਕਿਵੇਂ ਕੰਪਨੀਆਂ ਨੂੰ ਪਿੱਛੇ ਧੱਕ ਸਕਦੇ ਹਾਂ। 1.25 ਸਾਲ ਤੋਂ ਹੋ ਗਏ ਇਸ ਟੂਲ ਪਲਾਜ਼ਾ ਨੂੰ ਰੋਕਿਆ ਨੂੰ। ਇਹਨਾਂ ਦੀ ਤਾਕਤ ਨਹੀਂ ਵੀ ਇਹ ਰੇਟ ਵਧਾ ਦੇਣਗੇ। ਉਸੇ ਰੇਟ ਕਰਕੇ ਜਿਵੇਂ ਮੋਦੀ ਨੇ ਬਹੁਤ ਲੰਬੇ ਸਮੇਂ ਤੇ ਜੁੱਤੀਆਂ ਖਾ ਕੇ ਈਨ ਮੰਨੀ ਹੈ ਨਾ, ਇਸੇ ਲੋਟ ਇਸ ਟੂਲ ਪਲਾਜ਼ਿਆਂ ਨੂੰ, ਇਸ ਕੰਪਨੀਆਂ ਨੂੰ, ਇਹ ਸਰਕਾਰਾਂ ਨੂੰ ਮੱਤ ਭੁਲੇਖਾ ਕੱਢਣ ਇਹ ਵੀ ਜਿਹੜਾ ਸਾਲ ਦਾ ਲਾਸ ਪਿਆ ਸਾਨੂੰ, ਅਸੀਂ ਉਹ ਆਉਣ ਵਾਲੇ 10 ਸਾਲ ਜਾਂ 20 ਸਾਲ ਲਗਾਤਾਰ ਲੋਕਾਂ ਨੂੰ ਲੁੱਟਾਂਗੇ। ਇਹ ਭੁਲੇਖਾ ਕੱਢ ਕੇ ਚੱਲਣ। ਲੋਕ ਏਕਤੇ ਦੀ ਗੱਠ ਵਿੱਚ ਬਣ ਚੁੱਕੇ ਨੇ, ਲੋਕਾਂ ਨੂੰ ਆਪਣੀ ਤਾਕਤ ਦਾ ਪਤਾ ਲੱਗ ਚੁੱਕਿਆ ਵੀ ਅਸੀਂ ਕਿਵੇਂ ਲੜਨਾ ਹੈ। ਪਿੰਡਾਂ ਵਾਲੇ ਲੋਕ ਨੇ ਜਿਹੜੇ, ਉਹ ਪਾਰਟੀਆਂ ਤੋਂ ਉੱਪਰ ਉੱਠ ਕੇ ਲੜਾਈ ਲੜਦੇ ਨੇ, ਕਦੇ ਚਿੱਤ ਵੀ ਨਹੀਂ ਹੋਣ ਦੇਵਾਂਗੇ। ਇਹ ਲੋਕਾਂ ਨੂੰ ਬਹੁਤ ਵੱਡਾ ਭਰੋਸਾ ਹੈ। ਇਸ ਕਰਕੇ ਅਸੀਂ ਲੋਕਾਂ ਨੂੰ ਇਹ ਕਹਿ ਕੇ ਚੱਲੇ ਸੀਗੇ ਵੀ ਭਰੋਸਾ ਰੱਖਿਓ, ਜਿੱਤ ਕੇ ਮੁੜਾਂਗੇ, ਤੇ ਜਿੱਤ ਕੇ ਮੁੜਿਆ। ਤੁਹਾਡੀ ਅਗਰਾਹਾਂ ਜਥੇਬੰਦੀ ਦੇ ਐਲਾਨ ਤੋਂ ਬਾਅਦ ਬਾਕੀ ਮੋਰਚੇ ਵੀ ਜਿਹੜੇ ਜਾਰੀ ਰੱਖਣੇ ਪਏ ਜਥੇਬੰਦੀਆਂ ਨੂੰ, 32 ਕਿਸਾਨ ਜਥੇਬੰਦੀਆਂ ਨੂੰ, ਸਸਪੈਂਸ ਬਣ ਗਿਆ। ਹੁਣ ਐਸਕੇਐਮ ਨੇ ਮੀਟਿੰਗਸ ਹੋ ਸਕਦਾ ਕੱਲ੍ਹ ਨੂੰ ਹੋਵੇ, ਮੋਰਚੇ ਬਾਰੇ ਕੋਈ ਫੈਸਲਾ ਹੋਵੇ ਜਿਹੜੇ ਟੋਲ ਪਲਾਜ਼ੇ 'ਤੇ ਲੱਗੇ ਹੋਏ ਨੇ। ਕੀ ਤੁਹਾਡੇ ਜਥੇਬੰਦੀ ਦਾ ਸਟੈਂਡ ਜਿਹੜਾ ਤੁਸੀਂ ਨੇ ਸਪਸ਼ਟ ਕੀਤਾ ਵੀ ਜਿੰਨਾ ਜੇਕਰ ਰੇਟ ਨਹੀਂ ਤੈਅ ਹੁੰਦੇ ਉਦੋਂ ਤੱਕ ਮੋਰਚਾ ਜਾਰੀ ਰਹੇਗਾ, ਕੰਟੀਨਿਊ ਰੱਖੋਗੇ ਲੋਕਾਂ ਦੇ ਲਈ? ਬਿਲਕੁਲ, ਪਹਿਲਾਂ ਵੀ ਕਹਿ ਕੇ ਤੁਰੇ ਸੀ ਅਸੀਂ ਵੀ ਸਾਡੀਆਂ ਲਾਸਾਂ ਆ ਸਕਦੀਆਂ ਨੇ, ਭਰੋਸਾ ਰੱਖਿਓ, ਜਿੱਤ ਕੇ ਮੁੜਾਂਗੇ। ਅੱਜ ਵੀ ਲੋਕਾਂ ਨੂੰ ਭਰੋਸਾ ਦਿਵਾਉਂਦੇ ਆ। ਸਾਡੇ ਪ੍ਰਧਾਨ ਜੀ ਨੇ ਜੋ ਬੋਲਿਆ ਬਹੁਤ ਸੋਚ ਸਮਝ ਕੇ ਬੋਲਿਆ। ਜੋ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਬੋਲਦੀ ਹੈ ਉਹ ਕਰਦੀ ਹੈ।
ਇਹ ਭਲੀ ਭਾਂਤੀ ਹਿੰਦੁਸਤਾਨ ਦੇ ਖਾਸ ਕਰਕੇ ਪੰਜਾਬ ਦੇ ਕੁੱਲ ਬੱਚੇ ਨੂੰ ਪਤਾ ਹੈ, ਪ੍ਰਸ਼ਾਸਨ ਨੂੰ ਪਤਾ ਹੈ, ਸਰਕਾਰਾਂ ਨੂੰ ਪਤਾ ਹੈ ਵੀ ਜੋ ਗਰਾਹਾਂ ਜਥੇਬੰਦੀ ਜਵਾਨ ਚੋਂ ਕਹਿੰਦੀ ਉਹ ਕਰਦੀ ਹੈ। ਗਰਾਊਂਡ ਲੈਵਲ ਤੇ ਜਥੇਬੰਦੀ ਜਿਹੜੀ ਸਾਡੀ ਜਥੇਬੰਦੀ ਦਾ ਐਡਾ ਵੱਡਾ ਕੱਦ ਹੋਇਆ ਹੈ, ਇਹ ਇਸ ਕਰਕੇ ਹੀ ਹੋਇਆ। ਜੋ ਅਸੀਂ ਕਹਿੰਦੇ ਆ ਉਹ ਅਸੀਂ ਕਰਦੇ ਆ, ਪ੍ਰਤੱਖ ਕਰਕੇ ਦਿਖਾਉਂਦੇ ਆ, ਗਰਾਊਂਡ ਲੈਵਲ ਤੇ ਕਰਦੇ ਆ। ਥੱਲੇ ਤੋਂ ਲੈ ਕੇ ਹੁਣ ਜਿੰਨੇ ਸਾਡੇ ਆਗੂ ਨੇ ਇਹ ਕਾਰਾਂ 'ਚ ਬਹਿ ਕੇ ਘਰੇ ਜਾਣ ਵਾਲੇ ਨਹੀਂ ਆ। ਦੇਖੋ ਜਿਹੜੀ ਗੰਦਗੀ ਹੈ ਹਿੰਦੁਸਤਾਨ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਉਰੇ ਤੱਕ ਸਾਫ਼ ਕਰਾਂਗੇ। ਇਹ ਇਕੱਲੇ ਟੂਲ ਪਲਾਜ਼ੇ ਦੀ ਰੇਟ ਦੀ ਗੱਲ ਨਹੀਂ, ਜਥੇਬੰਦੀ ਇਹ ਫੈਸਲਾ ਲੈ ਕੇ ਚੱਲੀ ਹੋਈ ਆ, ਉੱਥੇ ਤੱਕ ਪਹੁੰਚਾਂਗੇ। ਟੂਲ ਪਲਾਜ਼ੇ ਪਟਾਉਣੇ ਅਸੀਂ ਤਾਂ। ਇਹ ਟੂਲ ਪਲਾਜ਼ੇ ਜਿਹੜੇ ਨਜਾਇਜ਼ ਤੌਰ ਤੇ ਲੱਗੇ ਆ, ਗੁੰਡਾ ਪਰਚੀ ਹੈ। ਜਦੋਂ ਅਸੀਂ ਗੱਡੀ ਖਰੀਦਦੇ ਆ, ਗੱਡੀ ਦਾ ਟੈਕਸ ਭਰਦੇ ਆ, ਰੋਡ ਟੈਕਸ ਅਸੀਂ ਅੱਡ ਦਿੰਦੇ ਆ। ਇਹ ਤਾਂ ਸਾਨੂੰ ਸਰੇਆਮ ਜਾਣੀ ਕਿ ਜਿਹੜੇ ਪਹਿਲਾਂ ਵਾਲੇ ਗੁੰਡੇ ਤੇ ਡਾਊਨ ਤੇ ਦੌਦ ਤੇ ਉਹ ਡਰਾ ਕੇ ਪੈਸੇ ਲੈਂਦੇ ਹੁੰਦੇ ਤੇ ਕਿਤੇ ਬਹਿ ਕੇ ਬੰਦੇ ਮਾਰ ਕੇ ਪੈਸੇ ਲੈਂਦੇ ਹੁੰਦੇ ਤੇ ਇਹਨਾਂ ਨੇ ਹੁਣ ਬੰਦੇ ਰੱਖੇ ਹੋਏ ਨੇ, ਇਹ ਕੁੱਟ ਕੇ ਪੈਸੇ ਲੈਂਦੇ ਨੇ। ਜੇ ਕੋਈ ਪਰਚੀ ਲੰਘਦੀ ਹੈ ਉਹਨੂੰ ਕੁੱਟਦੇ ਨੇ। ਇਹ ਡਰ ਹੈ ਜਿਹੜਾ ਇਹ ਜਥੇਬੰਦੀਆਂ ਨੇ ਚੱਕਿਆ। ਇਹ ਝੰਡੇ ਦੀ ਤਾਕਤ ਦਾ ਪਤਾ ਲੱਗਿਆ ਲੋਕਾਂ ਨੂੰ। ਆਉਣ ਵਾਲੇ ਸਮੇਂ 'ਚ ਜੇ ਲੋਕ ਇਸੇ ਗੱਠਤਾ 'ਚ ਬੰਨੇ ਰਹੇ, ਵੋਟ ਜਿਹੜੇ ਲੋਕ ਵੋਟਾਂ ਵਾਲੇ ਹੈ, ਜਿਹੜੇ ਸਾਡਾ ਵੱਡਾ ਨੁਕਸਾਨ ਕਰਦੇ ਹੈ, ਜਿਹੜੇ ਲੋਕਾਂ ਨੂੰ ਲੁੱਟਣ 'ਚ ਕਾਮਯਾਬ ਹੋ ਜਾਂਦੇ ਹੈ, ਉਹਨਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ। ਤੇ ਆਉਣ ਵਾਲੇ ਸਮੇਂ 'ਚ ਏਕਤਾ ਦੀ ਪੰਡ 'ਚ ਅਸੀਂ ਬਣੇ ਰਹੀਏ। ਹਿੰਦੁਸਤਾਨ ਦੇ ਵਿੱਚ ਅਸੀਂ ਸਾਬਤ ਕਰਤਾ ਜਿਹੜੀ ਭਾਈਚਾਰਕ ਸਾਂਝ ਤੋੜਨ ਵਾਸਤੇ ਆਰਐਸਐਸ ਲੰਬੇ ਸਮੇਂ ਤੋਂ ਕਾਮਯਾਬ ਹੋ ਗਈ ਸੀ, ਉਹ ਭਾਈਚਾਰੇ ਦੀ ਗੱਠ ਬੰਨ੍ਹ ਕੇ ਅਸੀਂ ਦਿੱਲੀ ਤੋਂ ਉਰੇ ਤੱਕ ਪਹੁੰਚਿਆ, ਵੱਖ-ਵੱਖ ਸਟੇਟਾਂ ਨੂੰ ਮੁੜਿਆ ਤੇ ਲੜਾਈ ਹੈ ਜਿਹੜੀ ਉਹ ਜਾਰੀ ਹੈ ਸਰਕਾਰ ਦੇ ਨਾਲ। ਪ੍ਰਚਾਰ ਕਰਨਗੇ ਪਿੰਡਾਂ ਜਥੇਬੰਦੀਆਂ ਦੇ ਕੀ ਹੋਣ ਬਾਰੇ? ਬੀਜੇਪੀ ਨੂੰ ਸਾਡੀ ਝੰਡੀ ਨਾ ਪਹਿਲਾਂ ਤੀ ਨਾ ਹੁਣ ਹੈ। ਸਾਡਾ ਜਿਹੜਾ ਨਾ ਘੇਰਾਬੰਦੀ ਨਹੀਂ, ਸਾਡਾ ਵਿਰੋਧ ਤੀ ਜਿਹੜਾ ਉਹ 3 ਕਾਲੇ ਕਾਨੂੰਨਾਂ ਕਰਕੇ ਤੀ। ਸਾਡੀ ਕੋਈ ਝੰਡੀ ਨਹੀਂ ਉਹਨਾਂ ਨੂੰ, ਨਾ ਉਹਨਾਂ ਦਾ ਅਸੀਂ ਵਿਰੋਧ ਨਹੀਂ ਕਰਾਂਗੇ। ਪਰ ਲੋਕਾਂ ਨੂੰ ਕਹਿੰਦੇ ਆ ਇਹ ਬੀਜੇਪੀ ਨਾਲ ਦੀਆਂ ਨੇ ਸਾਰੀਆਂ ਪਾਰਟੀਆਂ। ਜਿਹੜਾ ਕੈਪਟਨ ਝੂਠ ਬੋਲ ਕੇ ਗੁਰੂ ਗ੍ਰੰਥ ਸਾਹਿਬ ਦੇ ਗੁਟਕੇ ਦੀ ਸਹੁੰ ਖਾ ਕੇ ਜੋ ਬੀਜੇਪੀ ਚਲਿਆ ਗਿਆ, ਹੁਣ ਉਹ ਕਹਿੰਦਾ ਬੀਜੇਪੀ 'ਚ ਆ ਕੇ ਸਮਾਰੂਗਾ। ਕਾਂਗਰਸ ਤਾਂ ਥੋੜਾ ਕੁਝ ਸਮਾਰ ਨਹੀਂ ਸਕੇ। ਇਹ ਬੀਜੇਪੀ ਨੂੰ ਲਾ ਲਓ ਤੁਸੀਂ, ਸਾਰੇ ਇੱਕੋ ਜੀ ਨੇ। ਬੀਜੇਪੀ ਵਿੱਚ ਆਮ ਆਦਮੀ, ਵਿੱਚ ਅਕਾਲੀ ਦਲ ਵੱਡੇ ਪੱਧਰ ਤੇ ਲੋਕਾਂ ਨੂੰ ਲੁੱਟਦੇ ਆ। ਤੇ ਹੁਣ ਕੇਜਰੀਵਾਲ ਕਹਿੰਦਾ ਮੈਂ 1000 ਰੁਪਇਆ ਪੰਜਾਬ ਕੇ ਔਰਤੋਂ ਕੋ ਦੇਊਂਗਾ। ਕੀ ਗੱਲ ਆ ਵੀ ਪੰਜਾਬ ਦੀਆਂ ਔਰਤਾਂ ਭਖਾਰਨਾਂ ਨੇ? ਇਹ ਤਾਂ ਮਹਾਰਾਣੀਆਂ ਰਹੀਆਂ ਨੇ, ਇਹਨਾਂ ਨੇ ਤਾਂ ਲੋਕਾਂ ਨੂੰ ਪਾਲਿਆ, ਲੋਕਾਂ ਨੂੰ ਨਾਜ ਦਿੱਤਾ। ਇਹ ਆਪਦਾ ਆਪ ਸਮਾਰਨਗੇ। ਲੋਕ ਮਤ ਭੁੱਲਣ ਜਿਹੜੇ ਹਾਕਮ ਨੇ, ਇਹਨਾਂ ਦੇ ਗਲ ਤੱਕ ਪਹੁੰਚਾਂਗੇ। ਪੰਜਾਬ ਸਰਕਾਰ ਨਾਲ ਵੀ ਮੀਟਿੰਗ ਹੋਣ ਜਾ ਰਹੀ ਆ। ਕਰਜ਼ਾ ਮਾਫੀ ਦਾ ਵਾਅਦਾ ਸੀ, ਘਰ ਨੌਕਰੀ ਦੇਣ ਦਾ ਵਾਅਦਾ ਸੀ, ਬੇਰੁਜ਼ਗਾਰੀ ਖਤਮ ਕਰਨ ਦਾ ਵਾਅਦਾ ਸੀ, ਹੋਰ ਕਾਫੀ ਵਾਅਦੇ ਹੋਏ ਸੀ। ਉਹ ਮੋਰਚਾ ਵੀ ਫਤਿਹ ਕਰੋਗੇ ਦਿੱਲੀ ਵਾਂਗੂ? ਕਦੋਂ ਸਰਕਾਰ ਦੀ ਘੇਰਾਬੰਦੀ ਕਰਨ ਜਾ ਰਹੇ ਹੋ ਚੰਨੀ ਸਰਕਾਰ? ਕੱਲ ਨੂੰ ਮੀਟਿੰਗ ਬੁਲਾਈ ਹੋਈ ਹੈ ਚੰਨੀ ਸਰਕਾਰ ਨੇ। ਜਦੋਂ ਅਸੀਂ ਉੱਥੋਂ ਐਲਾਨ ਕਰਤਾ ਸੀ ਤਾਂ ਚੰਨੀ ਸਰਕਾਰ ਕੋਲੇ ਪਹੁੰਚਾਂਗੇ, ਅਸੀਂ ਇਹਨਾਂ ਨੂੰ ਘੇਰਾਬੰਦੀ ਕਰਾਂਗੇ। ਤਾਂ ਚੰਨੀ ਸਰਕਾਰ ਨੇ ਉਸੇ ਟਾਈਮ ਹੀ ਮੀਟਿੰਗ ਸੱਦ ਲਈ ਸੀਗੀ ਵੀ ਅਸੀਂ ਮੀਟਿੰਗ ਕਰਾਂਗੇ। ਕੱਲ ਨੂੰ ਸਾਡੀ ਜਥੇਬੰਦੀ ਉਹਨਾਂ ਨਾਲ ਮੀਟਿੰਗ ਕਰਨ ਜਾ ਰਹੀ ਹੈ। ਉਹਦੇ ਵਿੱਚੋਂ ਜਿਵੇਂ ਨਰਮੇ ਦੇ ਉੱਤੇ ਸਾਡੇ ਨਾਲ ਕਮਿਟਮੈਂਟ ਕਰ ਚੁੱਕੀ ਹੈਗੀ ਸਰਕਾਰ, 17000 ਰੁਪਏ ਤੇ ਕਮਿਟਮੈਂਟ ਹੋ ਚੁੱਕੀ ਹੈਗੀ। 10% ਮਜ਼ਦੂਰਾਂ ਵਾਸਤੇ ਕਮਿਟਮੈਂਟ ਹੋ ਚੁੱਕੀ ਹੈਗੀ, ਉਹ ਵੀ ਕਮਿਟਮੈਂਟ ਪੂਰੀ ਨਹੀਂ ਕੀਤੀ। ਜੇ ਕੱਲ ਨੂੰ ਉਹਦੇ ਵਿੱਚੋਂ ਕੁਝ ਨਹੀਂ ਨਿਕਲਦਾ ਹੈਗਾ ਤਾਂ ਜਿਹੇ ਜਿਹਾ ਸੂਬਾ ਕਮੇਟੀ ਫੈਸਲਾ ਕਰੂਗੀ, ਜਿਹੇ ਜੀ ਘਰਾਓ ਕਰਨ ਦੀ, ਜਿੱਥੇ ਮੋਰਚਾ ਲਾਉਣ ਦੀ ਸੂਬਾ ਕਮੇਟੀ ਫੈਸਲਾ ਕਰੂਗੀ, ਉਹਦੇ ਉੱਤੇ ਪ੍ਰਤੱਖ ਉਵੇਂ ਜੁਕਰੀ ਮੋਰਚੇ ਲਾਵਾਂਗੇ ਜਿਵੇਂ ਦਿੱਲੀ ਚ ਲਾ ਕੇ ਆਵਾਂਗੇ। ਇਹ ਸਰਕਾਰ ਦੇ ਮਨ ਚੋਂ ਭੁਲੇਖਾ ਨਹੀਂ ਹੋਣਾ ਚਾਹੀਦਾ ਚੰਨੀ ਸਰਕਾਰ ਦੇ, ਕਿਉਂਕਿ ਚੰਨੀ ਕਦੇ ਕਿਸੇ ਦੀਆਂ ਮੱਝਾਂ ਥੱਲੇ ਜਾ ਕੇ ਕਹਿੰਦਾ ਮੈਂ ਧਾਰਾਂ ਚੋਣ ਜਾਂਦਾ, ਕਦੇ ਗੁੜ ਦੀ ਘਲਾੜ ਤੇ ਜਾ ਕੇ ਕਹਿੰਦਾ ਮੈਂ ਵੀ ਗੁੜ ਪਕਾਇਆ, ਕਦੇ ਬਿਜਲੀ ਵਾਲੇ ਖੰਭੇ ਤੇ ਚੜ ਜਾਂਦਾ। ਅਸੀਂ ਚਰਨਜੀਤ ਚੰਨੀ ਨੂੰ ਕਹਿਣਾ ਚਾਹੁੰਦੇ ਹਾਂ, ਤੈਨੂੰ ਖੰਭਿਆਂ ਤੇ ਚੜ੍ਹਨ ਦੀ ਲੋੜ ਨਹੀਂ ਹੈਗੀ। ਖੰਭਿਆਂ ਤੇ ਚੜ੍ਹਨ ਵਾਸਤੇ ਸਾਡੇ ਨੌਜਵਾਨਾਂ ਨੂੰ ਨੌਕਰੀ ਦਿਓ, ਉਹਦੀ ਲੋੜ ਹੈਗੀ ਸਾਨੂੰ। ਸਾਡੇ ਨੌਜਵਾਨਾਂ ਨੇ ਡਾਂਗਾਂ ਮਾਰੀਆਂ ਨੇ ਕੱਲ, ਜਿਹੜੀਆਂ ਚਰਨਜੀਤ ਚੰਨੀ ਦੀ ਪੁਲਿਸ ਨੇ। ਬੜਾ ਤਿੱਖਾ ਰੋਸ ਆ ਸਾਡੇ ਦਿਲਾਂ ਦੇ ਵਿੱਚ। ਉਸ ਨੌਜਵਾਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਭਰਾਵੋ, ਦਿਲਾਂ ਦੇ ਵਿੱਚ ਅੱਗ ਬਲਦੀ ਰੱਖਿਓ। ਲੜਾਂਗੇ ਸਰਕਾਰ ਦੇ ਨਾਲ, ਇਹਨਾਂ ਸਰਕਾਰਾਂ ਦੇ ਨਾਲ ਟੱਕਰਾਂ ਲੈਂਦੇ ਰਹਾਂਗੇ ਜਿਹੜੇ ਸਾਡੇ ਬੱਚਿਆਂ ਦੇ ਡਾਂਗਾਂ ਮਾਰੀਆਂ ਨੇ। ਪੁੱਛਾਂਗੇ ਚਰਨਜੀਤ ਚੰਨੀ ਨੂੰ ਆਉਣ ਵਾਲੀਆਂ ਵੋਟਾਂ ਦੇ ਵਿੱਚ ਵੜਨ ਦੇ ਸਾਡੇ ਪਿੰਡਾਂ ਦੇ ਵਿੱਚ, ਵਾਪਸ ਮੋੜ ਦਿਆਂਗੇ ਵਾਪਸ। ਕਿਉਂਕਿ ਵਾਅਦੇ ਕਰੇ ਤੇ ਸਾਡੇ ਨਾਲ ਘਰ ਰੁਜ਼ਗਾਰ ਦਾ ਵਾਅਦਾ ਕਰਿਆ ਸੀਗਾ, ਤਾਂ ਉਹ ਬੱਚੇ ਨੌਕਰੀਆਂ ਮੰਗਦੇ ਨੇ। ਉਹ ਟੈਂਕੀਆਂ ਤੇ ਚੜੇ ਖੜੇ 4-4 ਮਹੀਨਿਆਂ ਦੇ, ਕੋਈ ਪਰਵਾਹ ਨਹੀਂ ਹੈਗੀ, ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ। ਤੇ ਆਪਦੇ ਮੰਤਰੀਆਂ ਦੀਆਂ ਕਿਵੇਂ ਤਨਖਾਹਾਂ ਵਧਾਉਂਦੇ ਨੇਗੀਆਂ। 2.5 ਲੱਖ ਰੁਪਇਆ ਇੱਕ MLA ਦੀ ਤਨਖਾਹ ਹੈਗੀ, ਤੇ ਫਿਰ ਗੱਡੀਆਂ, ਭੱਤੇ, ਮੋਬਾਈਲ ਦਾ ਭੱਤਾ 15-15 ਹਜ਼ਾਰ ਰੁਪਇਆ ਜਿਹੜਾ ਇੱਕ ਮੰਤਰੀ ਨੂੰ ਹੈ। ਹਾਲਾਂਕਿ 300 ਰੁਪਏ ਦਾ ਜੇ ਰੀਚਾਰਜ ਕਰਾਈਏ ਆਪਾਂ, ਜਾਂ 600 ਰੁਪਏ ਦਾ ਰੀਚਾਰਜ ਕਰਾਈਏ, 3 ਮਹੀਨੇ ਚੱਲਦਾ ਹੈਗਾ ਉਹ, ਪਰ ਇਹਨੂੰ 15000 ਰੁਪਇਆ ਇੱਕ ਮਹੀਨੇ ਦਾ। ਕਿੰਨੀ ਨਜਾਇਜ਼ ਲੁੱਟ ਹੈਗੀ। ਅਸੀਂ ਸਾਡੇ ਦੇਸ਼ ਦੇ ਲੋਕਾਂ ਨੂੰ, ਸਾਰੇ ਪੜ੍ਹੇ ਲਿਖੇ ਵਰਗਾਂ ਨੂੰ, ਸਾਰੇ ਨੌਜਵਾਨੀ ਨੂੰ ਕਹਿਣਾ ਚਾਹੁੰਦੇ ਹਾਂ ਵੀ ਭਰਾਵੋ, ਬਹੁਤ ਧੱਕਾ ਹੋ ਰਿਹਾ ਹੈਗਾ। ਆਹ 3 ਕਾਲੇ ਕਾਨੂੰਨਾਂ ਦੀ ਜਿਹੜੀ ਲੜਾਈ ਅਸੀਂ ਲੜ ਕੇ ਆਵਾਂਗੇ, ਐਂ ਨਾ ਸਮਝ ਜਿਓ ਵੀ ਲੜਾਈ ਮੁੱਕ ਗਈ।
ਲੜਾਈ ਮੁੱਕੀ ਨਹੀਂ, ਲੜਾਈ ਸ਼ੁਰੂ ਹੋਈ ਆ ਜੇ। ਲੜਨ ਦਾ ਢੰਗ ਸਿੱਖਿਆਂਗੇ, ਪਤਾ ਲੱਗਿਆ ਲੜਾਈਆਂ ਕਿਵੇਂ ਲੜੀਆਂ ਜਾਂਦੀਆਂ ਨੇ। ਇਸ ਕਰਕੇ ਉਹਨਾਂ ਆਗੂਆਂ ਤੋਂ ਤਜਰਬਾ ਲੈ ਕੇ, ਉਹਨਾਂ ਆਗੂਆਂ ਦੀ ਛਾਤਰ ਛਾਇਆ ਦੇ ਹੇਠ ਚੱਲ ਕੇ ਇਹਨਾਂ ਸਰਕਾਰਾਂ ਨੂੰ ਵਕਤ ਪਾਈਏ। ਚੰਨੀ ਸਰਕਾਰ ਤੋਂ ਖਾਸ ਕਰਕੇ ਪੁੱਛਾਂਗੇ, ਪੁੱਛਦੇ ਕਰਾਂਗੇ। ਜਿਹੜਾ ਕਹਿੰਦਾ ਸੀ ਸਾਰੇ ਕਰਜ਼ੇ ਮਾਫ ਕਰਾਂਗੇ, ਜਿਹੜਾ ਕਹਿੰਦਾ ਸੀ ਨੌਜਵਾਨਾਂ ਨੂੰ ਨੌਕਰੀ ਦੇਵਾਂਗੇ, ਜਿਹੜਾ ਕਹਿੰਦਾ ਸੀਗਾ ਵੀ 2500 ਰੁਪਇਆ ਪੈਨਸ਼ਨ, ਬੇਰੁਜ਼ਗਾਰੀ ਭੱਤਾ ਦੇਵਾਂਗੇ, ਉਹ ਸਾਰੀਆਂ ਗੱਲਾਂ ਦਾ ਜਵਾਬ ਲੈਣਾ ਹੈ ਚੰਨੀ ਸਰਕਾਰ ਤੋਂ। ਪਰ ਚੰਨੀ ਸਰਕਾਰ ਟਾਈਮ ਟਰਕਾਉਣ ਲੱਗੀ ਹੈ ਵੀ ਛੇਤੀ ਚੋਣ ਜਾਬਤਾ ਲੱਗ ਜੇ, ਅਸੀਂ ਵਿਹਲੇ ਹੋ ਜਾਈਏ। ਇਸ ਕਰਕੇ ਇਹ ਚੰਨੀ ਸਰਕਾਰ ਤੇ ਵੀ ਗੱਲ ਨਹੀਂ ਖੜਦੀ। ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੇ ਉਹਨਾਂ ਵਾਸਤੇ ਵੀ ਸਵਾਲ ਨੇਗੇ। ਇਸ ਟਾਈਮ ਲੋਕ ਚੇਤਨ ਹੋ ਚੁੱਕੇ ਨੇਗੇ। ਜਿਹੜੇ ਸਾਡੇ ਨੌਜਵਾਨ ਬਾਹਰਲੇ ਮੁਲਕਾਂ ਨੂੰ ਭੱਜਦੇ ਨੇ, ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਭਰਾਵੋ, ਬਾਹਰਲੇ ਮੁਲਕਾਂ ਦੇ ਵਿੱਚੋਂ ਆਪਣੇ ਮੁਲਕ ਨੂੰ ਛੱਡ ਕੇ ਭਗੌੜੇ ਨਾ ਹੋ। ਲੜਾਂਗੇ ਸਰਕਾਰਾਂ ਦੇ ਨਾਲ, ਮਰਾਂਗੇ, ਮਰਨ ਵਾਸਤੇ ਤਿਆਰ ਹੋ, ਲੜਨ ਵਾਸਤੇ ਤਿਆਰ ਹੋ। ਕਿਉਂਕਿ ਲੜਾਈ ਇਸ ਟਾਈਮ ਜਿਹੜੀ ਬਹੁਤ ਵੱਡੀ ਹੈਗੀ, ਜਿਹੜੀ ਸਾਡੇ ਭਗਤ ਸਿੰਘ ਹੋਰੀ ਲੜਾਈ ਲੜ ਕੇ ਗਏ ਨੇ। ਭਗਤ ਸਿੰਘ 23 ਸਾਲ ਦੀ ਉਮਰ ਦੇ ਵਿੱਚ ਫਾਂਸੀ ਚੜ੍ਹ ਜਾਂਦਾ ਹੈਗਾ। ਉਹ ਰਹੀਸ਼ ਘਰ ਦਾ ਮੁੰਡਾ ਸੀਗਾ, ਫਿਰ ਉਹਨੂੰ ਕੀ ਲੋੜ ਪਈ ਸੀ ਮਰਨ ਦੀ? ਭਲਾ ਉਹਨੂੰ ਕੀ ਲੋੜ ਪਈ ਸੀ ਸ਼ਹੀਦੀ ਦੇਣ ਦੀ? ਇਸ ਕਰਕੇ ਜਦੋਂ ਸਾਡੇ ਦੇਸ਼ ਦੇ ਉੱਤੇ, ਜਦੋਂ ਸਾਡੇ ਆਮ ਕਿਰਤੀ ਲੋਕਾਂ ਦੇ ਉੱਤੇ ਇਹ ਸਰਕਾਰਾਂ ਹੱਲਾ ਕਰਦੀਆਂ ਨੇ, ਫਿਰ ਸਾਨੂੰ ਜਾਨਾਂ ਦੇਣੀਆਂ ਪੈਂਦੀਆਂ ਨੇ ਭਰਾਵੋ। ਲੱਗਣੀਆਂ ਜਾਨਾਂ, ਉਹਦੇ ਵਾਸਤੇ ਹਜੇ ਤਾਂ ਟੱਕਰਾਂ ਲੱਗਣੀਆਂ ਨੇ ਸਾਡੀਆਂ। ਇੱਥੇ ਦੇ ਨਸ਼ੇੜੀਆਂ ਨਾਲ ਟੱਕਰਾਂ ਲੱਗੀਆਂ ਨੇ, ਜਿਹੜੇ ਵੱਡੇ ਚਿੱਟੇ ਦੇ ਵਪਾਰੀ ਨੇ ਉਹਨਾਂ ਨਾਲ ਵੀ ਟੱਕਰਾਂ ਲਵਾਂਗੇ ਹਜੇ ਤਾਂ। ਇਸ ਕਰਕੇ ਲੜਾਈ ਤਾਂ ਭਰਾਵੋ ਸ਼ੁਰੂ ਹੋਈ ਹੈ, ਏਕਾ ਬਣਾ ਕੇ ਰੱਖਿਓ। ਆਪਾਂ ਇਸ ਲੜਾਈ ਨੂੰ ਹੋਰ ਅੱਗੇ ਵਧਾਵਾਂਗੇ। ਇਹ ਕਿਸਾਨ ਸੀ ਜਿਨ੍ਹਾਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਜਿਹੜੀ ਇਹਦੇ ਟੋਲ ਪਲਾਜ਼ਿਆਂ ਦੇ ਰੇਟ ਨਹੀਂ ਘਟਦੇ, ਇਸੇ ਤਰ੍ਹਾਂ ਮੋਰਚਾ ਜਾਰੀ ਰਹੇਗਾ। ਸਾਫ਼ ਇਹਨਾਂ ਨੇ ਕਿਹਾ ਕਿ ਅਸੀਂ ਇਹ ਟੋਲ ਪਲਾਜ਼ੇ ਪਟਾਉਣੇ ਨੇ ਪੰਜਾਬ ਤੋਂ, ਜੋ ਇਹ ਲੁੱਟ ਹੋ ਰਹੀ ਆ। ਕਿਉਂਕਿ ਜਦੋਂ ਕੋਈ ਵੀ ਗੱਡੀ ਲੈਂਦਾ, ਕੋਈ ਵੀ ਪੰਜਾਬ ਦਾ ਵੋਟਰ, ਪੰਜਾਬ ਦਾ ਲੋਕ, ਉਹ ਟੈਕਸ ਪਹਿਲਾਂ ਹੀ ਲੈ ਲਿਆ ਜਾਂਦਾ ਹੈ। ਪਰ ਹੁਣ ਜਿਹੜਾ ਇਹ ਦੋਹਰਾ ਟੈਕਸ ਵਸੂਲਿਆ ਜਾ ਰਿਹਾ, ਇਹਨਾਂ ਨੂੰ ਵੀ ਪਟਾਉਣ ਦੀ ਤਿਆਰੀ ਹੋ ਰਹੀ ਆ। ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਥੋੜ੍ਹੀਆਂ ਆਪਾਂ ਤਸਵੀਰਾਂ ਦਿਖਾ ਦਈਏ ਅੱਗੇ ਚੱਕ ਕੇ ਕੈਮਰਾ, ਕਿ ਮੋਰਚੇ ਇਸੇ ਤਰ੍ਹਾਂ ਜਾਰੀ ਨੇ। ਟੋਲ ਪਲਾਜ਼ੇ ਦੇ ਉੱਪਰ ਜਿਹੜਾ ਕਿਸਾਨਾਂ ਦਾ ਮੋਰਚਾ ਜਾਰੀ ਹੈ। ਜਿਹੜੀਆਂ ਲੋਕਾਂ ਦੀਆਂ ਗੱਡੀਆਂ ਨੇ ਉਹ ਫ੍ਰੀ ਦੇ ਵਿੱਚ ਉਸੇ ਤਰ੍ਹਾਂ ਲੰਘ ਰਹੀ ਹੈ। ਕਿਉਂਕਿ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਜਥੇਬੰਦੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਜਦੋਂ ਤੱਕ ਟੋਲ ਪਲਾਜ਼ੇ ਤੇ ਜਿਹੜੇ ਰੇਟ ਨੇ ਉਹ ਘੱਟ ਨਹੀਂ ਹੁੰਦੇ, ਉਦੋਂ ਤੱਕ ਇਹ ਮੋਰਚਾ ਜਾਰੀ ਰਹੇਗਾ। ਇਸ ਤੋਂ ਬਾਅਦ ਜਿਹੜੇ ਬਾਕੀ 32 ਕਿਸਾਨ ਜਥੇਬੰਦੀਆਂ ਦੇ ਮੋਰਚੇ ਚੱਲ ਰਹੇ ਨੇ ਪੰਜਾਬ ਦੇ ਵਿੱਚ, ਉਹ ਵੀ ਉਸੇ ਤਰ੍ਹਾਂ ਜਾਰੀ ਨੇ। ਕਿਉਂਕਿ ਇਹਨਾਂ ਦੇ ਐਲਾਨ ਤੋਂ ਬਾਅਦ ਸਸਪੈਂਸ ਜਿਹੜਾ ਬਣ ਚੁੱਕਿਆ ਹੈ, ਕਿਸੇ ਨੇ ਮੋਰਚਾ ਕੋਈ ਖਤਮ ਨਹੀਂ ਕੀਤਾ, ਉਹ ਵੀ ਮੋਰਚੇ ਜਾਰੀ ਨੇ। ਇਸ ਨੂੰ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋ ਸਕਦੀ ਹੈ ਅੱਜ ਕੱਲ੍ਹ ਦੇ ਵਿੱਚ। ਉਸ ਦੇ ਵਿੱਚ ਇਹਨਾਂ ਮੋਰਚਿਆਂ ਨੂੰ ਲੈ ਕੇ ਕੋਈ ਫੈਸਲਾ ਹੋ ਸਕਦਾ ਵੀ ਕਦੋਂ ਖਤਮ ਕਰਨੇ ਨੇ ਜਾਂ ਫਿਰ ਇਸੇ ਤਰ੍ਹਾਂ ਜਾਰੀ ਰੱਖਣੇ ਨੇ। ਨਾਲ ਦੀ ਨਾਲ ਅਗਰਾਹਾਂ ਜਥੇਬੰਦੀ ਨੇ ਇਹ ਵੀ ਐਲਾਨ ਕੀਤਾ ਕਿ 17 ਤਰੀਕ ਨੂੰ ਜੋ ਚੰਨੀ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਆ, ਉਸ ਦੇ ਵਿੱਚ 2017 ਦੇ ਵਿੱਚ ਕੀਤੇ ਵਾਅਦਿਆਂ ਦਾ ਹਿਸਾਬ ਲੈਣਗੇ। ਘਰ ਘਰ ਨੌਕਰੀ ਦੇਣ, ਬੇਰੁਜ਼ਗਾਰੀ ਭੱਤਾ ਤੇ ਹੋਰ ਕਰਜ਼ਾ ਮਾਫੀ, ਜਿਹੜਾ ਕਿਸਾਨਾਂ ਦਾ, ਮਜ਼ਦੂਰਾਂ ਦਾ ਕਰਜ਼ਾ ਮਾਫੀ, ਨਰਮਾ ਦਾ ਜਿਹੜਾ ਮੁਆਵਜ਼ਾ ਲੈਣਾ ਸੀ, ਉਹਦੇ ਬਾਰੇ ਵੀ ਜਿਹੜੀ ਚੰਨੀ ਸਰਕਾਰ ਦੇ ਨਾਲ ਖੁੱਲ੍ਹ ਕੇ ਚਰਚਾ ਹੋਵੇਗੀ। ਜੇਕਰ ਉੱਥੇ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਚੰਨੀ ਸਰਕਾਰ ਦੀ ਵੀ ਵੱਡੇ ਪੱਧਰ ਤੇ ਘੇਰਾਬੰਦੀ ਹੋਵੇਗੀ। ਨਾਲ ਦੀ ਨਾਲ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਵੀ ਸਿੱਧੇ ਸਵਾਲ ਜਿਹੜੇ ਪਿੰਡਾਂ ਦੀਆਂ ਸੱਥਾਂ 'ਚ, ਪਿੰਡਾਂ ਦੇ ਵਿੱਚ, ਘਰਾਂ ਦੇ ਵਿੱਚ ਪੁੱਛੇ ਜਾਣਗੇ। ਕੈਮਰਾਮੈਨ ਹਰਪਾਲ ਦੇ ਨਾਲ ਕੁਲਦੀਪ ਸਿੰਘ ਭੋੜੇ, D5 ਚੈਨਲ ਪੰਜਾਬੀ। ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com, ਕਾਨੂੰਨ ਜਾਇਦਾਦ ਦਾ।